ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸਾਡੇ ਇਸ ਚੈਨਲ ਉੱਪਰ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਦੋਸਤੋ ਕਿ ਅਸੀਂ ਪੰਜਾਬੀ ਵਿਆਕਰਨ ਬਾਰੇ ਪੜ੍ਹ ਰਹੇ ਹਾਂ। ਅਤੇ ਇਦੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਕੀ ਹੈ ਅਤੇ ਉਸਦੇ ਕਿਹੜੇ ਕਿਹੜੇ ਪੱਧਰ ਜਾਂ ਅੰਗ ਹੁੰਦੇ ਨੇ ਇਸ ਬਾਰੇ ਪੜ੍ਹਿਆ ਸੀ। ਤਾਂ ਉੱਥੇ ਅਸੀਂ ਵਿਆਕਰਨ ਦੇ 4 ਪੱਧਰਾਂ ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ ਬਾਰੇ ਪੜ੍ਹਿਆ ਸੀ। ਤਾਂ ਭਾਸ਼ਾ ਕੋਈ ਵੀ ਇਸੇ ਤਰ੍ਹਾਂ ਹੀ ਕਾਰਜ ਕਰਦੀ ਹੈ ਕਿ ਸਭ ਤੋਂ ਪਹਿਲਾਂ ਧੁਨੀਆਂ ਜਾਂ ਅੱਖਰਾਂ ਤੋਂ ਮਿਲ ਕੇ ਸ਼ਬਦ ਬਣਦੇ ਹਨ, ਫਿਰ ਸ਼ਬਦਾਂ ਤੋਂ ਅੱਗੇ ਵਾਕ, ਅਤੇ ਫਿਰ ਵਾਕ ਦੇ ਸਾਨੂੰ ਕੋਈ ਨਾ ਕੋਈ ਅਰਥ ਪਤਾ ਲੱਗਦੇ ਨੇ, ਹੈ ਨਾ। ਤਾਂ ਇਸੇ ਤਰ੍ਹਾਂ ਹੀ ਜਿਹੜਾ ਭਾਸ਼ਾ ਦਾ ਇਹ ਵਿਆਕਰਨ ਕਾਰਜ ਪੂਰਾ ਹੋ ਜਾਂਦਾ ਗਾ ਇੱਥੇ ਆ ਕੇ। ਤਾਂ ਉਸ ਦੇ ਵਿੱਚੋਂ ਇਹਨਾਂ 4 ਪੱਧਰਾਂ ਦੇ ਵਿੱਚੋਂ ਅਸੀਂ ਸਭ ਤੋਂ ਪਹਿਲਾਂ ਅੱਜ ਸ਼ਬਦ ਬੋਧ ਬਾਰੇ ਪੜ੍ਹਨਾ ਗਾ। ਤਾਂ ਸ਼ਬਦ ਬੋਧ ਵਿਆਕਰਨ ਦਾ ਉਹ ਭਾਗ ਜਿਸ ਵਿੱਚ ਸ਼ਬਦਾਂ ਬਾਰੇ ਵਿਸਤ੍ਰਿਤ ਵਿਸ਼ਲੇਸ਼ਣ ਕੀਤਾ ਗਿਆ ਹੋਵੇ ਸ਼ਬਦ ਬੋਧ ਅਖਵਾਉਂਦਾ ਹੈ। ਇਸ ਵਿੱਚ ਸ਼ਬਦਾਂ ਦੀ ਰਚਨਾ ਸੰਚਰਨਾ, ਸ਼ਬਦ ਰੂਪਾਂਤਰਣ, ਸ਼ਬਦਾਂ ਦੀ ਸ਼੍ਰੇਣੀ ਵੰਡ, ਸ਼ਬਦ ਅਤੇ ਅਰਥ ਦੇ ਸੰਬੰਧ ਆਦਿ ਸ਼ਾਮਲ ਹਨ। ਤਾਂ ਇਹ ਵਿਆਕਰਨ ਦਾ ਉਹ ਭਾਗ ਹੈ ਜਿਹਦੇ ਵਿੱਚ ਸ਼ਬਦਾਂ ਬਾਰੇ ਬਹੁਤ ਵਿਸਥਾਰਪੂਰਵਕ ਵਰਣਨ ਕੀਤਾ ਜਾਂਦਾ ਗਾ। ਤਾਂ ਹੁਣ ਅੱਗੇ ਅਸੀਂ ਸ਼ਬਦ ਦੀ ਸਭ ਤੋਂ ਪਹਿਲਾਂ ਪਰਿਭਾਸ਼ਾ ਦੇਖ ਲੈਂਦੇ ਹਾਂ। ਵਿਆਕਰਨ ਪੱਧਰ 'ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਅਤੇ ਸਾਰਥਿਕ ਇਕਾਈ ਸ਼ਬਦ ਆ। ਪ੍ਰਸਿੱਧ ਭਾਸ਼ਾ ਵਿਗਿਆਨੀ ਬਲੂਮਫੀਲਡ ਨੇ ਸ਼ਬਦ ਨੂੰ ਮਿਨੀਮਮ ਫ੍ਰੀ ਫਾਰਮ ਕਿਹਾ ਹੈ। ਇਸ ਦਾ ਪੰਜਾਬੀ ਤਰਜਮਾ ਛੋਟੇ ਤੋਂ ਛੋਟਾ ਮੁਕਤ ਰੂਪ ਅਤੇ ਵਿਆਕਰਨ ਪੱਧਰ 'ਤੇ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਬਣਦਾ ਹੈ। ਤਾਂ ਇੱਥੇ ਹੁਣ ਆਮ ਤੌਰ 'ਤੇ ਇਹ ਕਨਫਿਊਜ਼ਨ ਹੋ ਜਾਂਦੀ ਹੈ ਕਿ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਜਿਹੜੀ ਸ਼ਬਦ ਨੂੰ ਕਹਿ ਦਿੱਤਾ ਜਾਂਦਾ, ਪਰੰਤੂ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਅਸੀਂ ਧੁਨੀ ਨੂੰ ਕਹਿ ਸਕਦੇ ਹਾਂ। ਪਰੰਤੂ ਜੇ ਅਸੀਂ ਸੁਤੰਤਰ ਅਤੇ ਸਾਰਥਿਕ ਇਕਾਈ ਦੀ ਗੱਲ ਕਰੀਏ ਤਾਂ ਉਹ ਛੋਟੀ ਤੋਂ ਛੋਟੀ ਸੁਤੰਤਰ ਅਤੇ ਸਾਰਥਿਕ ਇਕਾਈ ਸ਼ਬਦ ਹੈ। ਸੁਤੰਤਰ ਇਕਾਈ ਤੋਂ ਭਾਵ ਅਜਿਹੀ ਇਕਾਈ ਤੋਂ ਹੈ ਜਿਸ ਨੂੰ ਭਾਵ ਪ੍ਰਗਟ ਕਰਨ ਦੇ ਲਈ ਕਿਸੇ ਹੋਰ ਇਕਾਈ ਦੀ ਮੁਤਾਜੀ ਨਾ ਹੋਵੇ ਅਤੇ ਉਹ ਸੁਤੰਤਰ ਰੂਪ ਵਿੱਚ ਆਪਣੇ ਆਪ ਵੱਖ-ਵੱਖ ਸਥਿਤੀਆਂ ਵਿੱਚ ਵਿਚਰਨ ਦੇ ਸਮਰੱਥ ਹੋਵੇ। ਤਾਂ ਕਹਿਣ ਦਾ ਭਾਵ ਹੈ ਕਿ ਸ਼ਬਦ ਆਪਣੇ ਆਪ 'ਚ ਜੇ ਆਪਾਂ ਉਹਨੂੰ ਵਾਕ ਤੋਂ ਬਾਹਰ ਵੀ ਕੱਢ ਲਈਏ ਤਾਂ ਉਹ ਸੁਤੰਤਰ ਆ, ਉੱਥੇ ਵੀ ਆਪਣੇ ਕੋਈ ਨਾ ਕੋਈ ਅਰਥ ਦਿੰਦਾ ਰਹੇਗਾ। ਤਾਂ ਸ਼ਬਦ ਨੂੰ ਭਾਸ਼ਾ ਦਾ ਅਜਿਹਾ ਤੱਤ ਕਿਹਾ ਜਾ ਸਕਦਾ ਜੋ ਵਾਕ ਵਿੱਚ ਸੁਤੰਤਰ ਤੌਰ 'ਤੇ ਵਿਚਰ ਸਕਦਾ ਗਾ। ਅਤੇ ਸ਼ਬਦ ਧੁਨੀਆਂ ਜਾਂ ਅੱਖਰਾਂ ਦਾ ਸਮੂਹ ਹੁੰਦਾ ਗਾ, ਧੁਨੀਆਂ ਜਾਂ ਅੱਖਰਾਂ ਦੇ ਮੇਲ ਤੋਂ ਬਣਦਾ ਗਾ। ਤਾਂ ਅੱਗੇ ਅਸੀਂ ਸ਼ਬਦਾਂ ਦੇ ਜਿਹੜੇ ਵਰਗੀਕਰਨ ਬਾਰੇ ਦੇਖਾਂਗੇ, ਠੀਕ ਹੈ। ਤਾਂ ਹਰੇਕ ਭਾਸ਼ਾ ਦੇ ਪਾਸ ਅਸੀਮ ਸ਼ਬਦ ਭੰਡਾਰ ਹੁੰਦਾ ਹੈ ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਸ਼ਬਦ ਜਿਹੜੇ ਵਸਤਾਂ ਦੇ ਨਾਂ ਹੁੰਦੇ ਨੇ, ਕੁਝ ਸ਼ਬਦ ਗੁਣਾਂ, ਕਿਰਿਆਵਾਂ ਜਾਂ ਭਾਵਾਂ ਦੇ ਨਾਂ ਹੁੰਦੇ ਨੇ, ਕੁਝ ਸ਼ਬਦ ਇਹਨਾਂ ਨਾਵਾਂ, ਗੁਣਾਂ ਜਾਂ ਕਿਰਿਆਵਾਂ ਦੇ ਆਪਸੀ ਸੰਬੰਧਾਂ ਨੂੰ ਸੂਚਿਤ ਕਰਦੇ ਨੇ। ਵਿਆਕਰਨ ਵਿੱਚ ਕਿਸੇ ਭਾਸ਼ਾ ਵਿਸ਼ੇਸ਼ ਦੇ ਇਸ ਜਟਲ ਸ਼ਬਦ ਭੰਡਾਰ ਨੂੰ ਕੁਝ ਸ਼੍ਰੇਣੀਆਂ ਦੇ ਵਿੱਚ ਵੰਡ ਲਿਆ ਜਾਂਦਾ। ਵਾਕਾਂ ਵਿੱਚ ਵੀ ਸ਼ਬਦ ਸ਼੍ਰੇਣੀਆਂ ਦੇ ਮੈਂਬਰਾਂ ਵਜੋਂ ਹੀ ਆਉਂਦੇ ਰਹਿੰਦੇ ਨੇ, ਜਿਵੇਂ ਹੁਣ ਬੱਚਾ, ਰੁੱਖ, ਸੱਪ ਆਦਮੀ ਇਹ ਨਾਮ ਸ਼ਬਦ ਨੇ। ਦੌੜਨਾ, ਖਾਣਾ, ਨੱਚਣਾ, ਕੁੱਦਣਾ ਇਹ ਕਿਰਿਆਵੀ ਸ਼ਬਦ ਨੇ। ਸ਼ਬਦਾਂ ਦੇ ਵਰਗੀਕਰਨ ਦੇ ਇਸ ਤਰ੍ਹਾਂ ਵੱਖ-ਵੱਖ ਆਧਾਰ ਬਣ ਜਾਂਦੇ ਨੇ। ਤਾਂ ਇਹਨਾਂ ਸ਼ਬਦਾਂ ਨੂੰ ਇਹਨਾਂ ਦੇ ਵੱਖ-ਵੱਖ ਆਧਾਰਾਂ ਦੇ ਉੱਪਰ ਅਸੀਂ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਵੰਡ ਲੈਂਦੇ ਹਾਂ। ਅਤੇ ਸਭ ਤੋਂ ਪਹਿਲਾਂ ਜੇ ਅਸੀਂ ਸਧਾਰਨ ਰੂਪ 'ਚ ਦੇਖੀਏ ਤਾਂ ਸਧਾਰਨ ਵਰਤੋਂ ਅਨੁਸਾਰ ਕਿਸੇ ਭਾਸ਼ਾ ਦੀ ਸ਼ਬਦਾਵਲੀ ਨੂੰ ਅਸੀਂ ਪ੍ਰਮੁੱਖ 2 ਭਾਗਾਂ 'ਚ ਵੰਡ ਸਕਦੇ ਹਾਂ, ਸਾਰਥਕ ਸ਼ਬਦ ਅਤੇ ਨਿਰਾਰਥਕ ਸ਼ਬਦ। ਸਭ ਤੋਂ ਪਹਿਲਾਂ ਸਾਰਥਕ ਸ਼ਬਦ ਬਾਰੇ ਦੇਖਦੇ ਹਾਂ। ਉਹ ਸ਼ਬਦ ਜਿਨ੍ਹਾਂ ਦਾ ਵਿਆਕਰਨਕ ਤੌਰ 'ਤੇ ਸਹੀ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਸਾਰਥਕ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਮੇਜ਼, ਕੁਰਸੀ, ਦੁੱਧ, ਕਿਤਾਬ। ਜਿਹੜੇ ਸਾਰਥਕ ਅਤੇ ਸਹੀ ਹੁੰਦੇ ਨੇ, ਠੀਕ ਹੈ, ਕਿਸੇ ਨਾ ਕਿਸੇ ਅਰਥ ਨੂੰ ਪ੍ਰਗਟ ਕਰਦੇ ਨੇ, ਉਹ ਸਾਰਥਕ ਸ਼ਬਦ ਨੇ। ਅੱਗੇ ਨਿਰਾਰਥਕ ਸ਼ਬਦ, ਉਹ ਸ਼ਬਦ ਜਿਨ੍ਹਾਂ ਦਾ ਵਿਆਕਰਨਕ ਤੌਰ 'ਤੇ ਕੋਈ ਅਰਥ ਨਹੀਂ ਨਿਕਲਦਾ ਉਹਨਾਂ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ, ਜਿਵੇਂ ਚਾਹ, ਚੂਹ। ਸ਼ਬਦ ਵਿੱਚ ਚੂਹ ਅਸੀਂ ਆਮ ਭਾਸ਼ਾ ਵਿੱਚ ਹੀ ਸ਼ਬਦ ਵਰਤ ਲੈਂਦੇ ਹਾਂ, ਪਰੰਤੂ ਇਸ ਦਾ ਕੋਈ ਅਰਥ ਨਹੀਂ ਨਿਕਲਦਾ, ਇਸ ਲਈ ਇਹ ਨਿਰਾਰਥਕ ਸ਼ਬਦ ਆ। ਤਾਂ ਇਹ ਨਿਰਾਰਥਕ ਸ਼ਬਦ ਨੇ ਜਿਹੜੇ ਸਾਰਥਕ ਸ਼ਬਦਾਂ ਦੇ ਨਾਲ ਮਿਲ ਕੇ ਹੀ ਆਪਣਾ ਕਾਰਜ ਪੂਰਾ ਕਰਦੇ ਨੇ ਅਤੇ ਇਹਨਾਂ ਦਾ ਆਪਣੇ ਆਪ 'ਚ ਕੋਈ ਇਕੱਲਿਆਂ ਅਰਥ ਨਹੀਂ ਹੁੰਦਾ। ਅੱਗੇ ਰੂਪ ਦੇ ਆਧਾਰ 'ਤੇ ਜਿਹੜੀ ਸਾਰੀ ਸ਼ਬਦਾਵਲੀ ਹੈ ਪੰਜਾਬੀ ਦੀ ਉਹਨੂੰ ਅਸੀਂ 2 ਭਾਗਾਂ 'ਚ ਵੰਡ ਲੈਂਦੇ ਹਾਂ, ਵਿਕਾਰੀ ਸ਼ਬਦ ਅਤੇ ਅਵਿਕਾਰੀ ਸ਼ਬਦ। ਸਭ ਤੋਂ ਪਹਿਲਾਂ ਵਿਕਾਰੀ ਸ਼ਬਦ, ਜਿਨ੍ਹਾਂ ਸ਼ਬਦਾਂ ਦੇ ਰੂਪ ਵਿੱਚ ਵਿਆਕਰਨ ਕਾਰਜ ਅਨੁਸਾਰ ਵਿਕਾਰ ਆਉਂਦਾ ਹੈ ਜਾਂ ਰੂਪ ਬਦਲ ਜਾਂਦਾ ਗਾ ਉਹਨਾਂ ਨੂੰ ਵਿਕਾਰੀ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਮੁੰਡਾ ਸ਼ਬਦ ਵਿਕਾਰੀ ਸ਼ਬਦ ਹੈ ਕਿਉਂਕਿ ਮੁੰਡਾ ਸ਼ਬਦ ਦੀ ਇਸ ਦੇ ਵਿਆਕਰਨ ਕਾਰਜ ਅਨੁਸਾਰ ਇੱਕ ਰੂਪਾਵਲੀ ਸਥਾਪਿਤ ਹੁੰਦੀ ਹੈ, ਜਿਵੇਂ ਮੁੰਡਾ, ਮੁੰਡੇ, ਮੁੰਡਿਆਂ, ਮੁੰਡਿਓ। ਤਾਂ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਸ਼ਬਦਾਂ ਦੇ ਨਾਲ ਅੱਗੇ ਆਪਾਂ ਕੋਈ ਹੋਰ ਭਾਵ-ਅੰਸ਼ ਜੋੜ ਕੇ ਉਹਨਾਂ ਦਾ ਰੂਪ ਬਦਲ ਦਿੰਦੇ ਹਾਂ ਤਾਂ ਉਹ ਸਾਰੇ ਵਿਕਾਰੀ ਸ਼ਬਦ ਹੁੰਦੇ ਨੇ। ਉਹਨਾਂ ਦੇ ਵਿੱਚ ਵਿਕਾਰ ਆ ਜਾਂਦਾ, ਪਰਿਵਰਤਨ ਆ ਜਾਂਦਾ, ਕਹਿਣ ਦਾ ਭਾਵ ਇਹੀ ਹੈ।
ਵਿਕਾਰੀ ਸ਼ਬਦਾਂ ਵਿੱਚ ਨਾਮ, ਕਿਰਿਆ ਆਦਿ ਸ਼ਬਦ ਸ਼੍ਰੇਣੀਆਂ ਦੇ ਸ਼ਬਦਾਂ ਨੂੰ ਰੱਖਿਆ ਜਾ ਸਕਦਾ ਗਾ। ਤਾਂ ਇਹ ਸਾਰੇ ਨਾਮ ਨੇ, ਜਿਵੇਂ ਜਾਂ ਜਿਹੜੀਆਂ ਵੀ ਆਪਣੇ ਕੋਲੇ ਕਿਰਿਆਵਾਂ ਨੇ, ਜਿਵੇਂ ਹੁਣ ਮੁੰਡਾ ਇੱਕ ਨਾਮ ਸ਼ਬਦ ਆ, ਠੀਕ ਆ, ਪਰੰਤੂ ਇਹਦੇ ਵਿੱਚ ਵਿਕਾਰ ਆ ਜਾਂਦਾ, ਇਹਦੀ ਇੱਕ ਰੂਪਾਵਲੀ ਬਣ ਜਾਂਦੀ ਅੱਗੇ, ਜਿਵੇਂ ਮੁੰਡੇ, ਮੁੰਡਿਆਂ, ਮੁੰਡਿਓ। ਤਾਂ ਇਸੇ ਤਰ੍ਹਾਂ ਕਿਰਿਆ ਦੇ ਰੂਪ ਨੇ, ਜਿਵੇਂ ਪੜ੍ਹ ਕਿਰਿਆ ਹੈਗੀ ਆਪਣੇ ਕੋਲ ਪੜ੍ਹ, ਤਾਂ ਉਹਦੇ ਅੱਗੇ ਬਹੁਤ ਸਾਰੇ ਰੂਪ ਹੋਰ ਬਣ ਜਾਂਦੇ ਜੋ ਅਸੀਂ ਇਹਨੂੰ ਵਾਕ 'ਚ ਵਰਤਦੇ ਹਾਂ, ਜਿਵੇਂ ਪੜ੍ਹਿਆ, ਪੜ੍ਹਨਾ। ਤਾਂ ਇਸ ਤਰ੍ਹਾਂ ਇਹਨਾਂ ਦੇ ਵਿੱਚ ਵਿਕਾਰ ਆਉਂਦਾ ਰਹਿੰਦਾ, ਬਦਲਦੇ ਰਹਿੰਦੇ ਇਹਨਾਂ ਦੇ ਰੂਪ, ਤਾਂ ਇੱਕ ਰੂਪਾਵਲੀ ਸਥਾਪਿਤ ਹੋ ਜਾਂਦੀ ਹੈ। ਤਾਂ ਇਹ ਸਾਰੇ ਵਿਕਾਰੀ ਸ਼ਬਦ ਹੁੰਦੇ ਨੇ। ਨੈਕਸਟ ਹੈ ਜੀ ਅਵਿਕਾਰੀ ਸ਼ਬਦ। ਜਿਨ੍ਹਾਂ ਸ਼ਬਦ ਰੂਪਾਂ ਵਿੱਚ ਵਿਆਕਰਨ ਕਾਰਜ ਅਨੁਸਾਰ ਵਿਕਾਰ ਨਾ ਆਉਂਦਾ ਹੋਵੇ ਜਾਂ ਜਿਨ੍ਹਾਂ ਦਾ ਰੂਪ ਨਾ ਬਦਲਦਾ ਹੋਵੇ ਉਹਨਾਂ ਨੂੰ ਅਵਿਕਾਰੀ ਸ਼ਬਦ ਕਿਹਾ ਜਾਂਦਾ, ਜਿਵੇਂ ਅੱਜ, ਕੱਲ੍ਹ, ਨੇ, ਨੂੰ ਅਤੇ ਪਰ, ਨਹੀਂ। ਅਵਿਕਾਰੀ ਸ਼ਬਦਾਂ ਵਿੱਚ ਵਧੇਰੇ ਕਰਕੇ ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਆਦਿ ਸ਼ਬਦਾਂ ਦੀ ਸ਼ਬਦ ਸ਼੍ਰੇਣੀਆਂ ਨੂੰ ਰੱਖਿਆ ਜਾ ਸਕਦਾ ਹੈ। ਅਵਿਕਾਰੀ ਸ਼ਬਦਾਂ ਦੀ ਵਿਕਾਰੀ ਸ਼ਬਦਾਂ ਵਾਂਗ ਕੋਈ ਰੂਪਾਵਲੀ ਨਹੀਂ ਹੁੰਦੀ। ਤਾਂ ਇਹਦੇ ਵਿੱਚ ਵਧੇਰੇ ਕਰਕੇ ਜਿਹੜੇ ਸੰਬੰਧਕ ਨੇ, ਜਿਵੇਂ ਨੇ, ਨੂੰ, ਜਾਂ ਕਿਰਿਆ ਵਿਸ਼ੇਸ਼ਣ ਆ ਜਾਂਦੇ ਆ, ਅੱਜ, ਕੱਲ੍ਹ, ਜਾਂ ਯੋਜਕ ਨੇ ਜਿਹੜੇ ਅਤੇ ਪਰ, ਕਿਉਂਕਿ, ਇਸ ਲਈ। ਤਾਂ ਇਹਨਾਂ ਦੇ ਜਿਹੜਾ ਕਾਰਜ ਆ ਇਹੀ ਰਹਿਣਾ ਗਾ, ਇਹਨਾਂ ਦਾ ਰੂਪ ਨਹੀਂ ਬਦਲਦਾ ਕਦੇ ਵੀ, ਇਸ ਲਈ ਇਹਨਾਂ ਨੂੰ ਅਵਿਕਾਰੀ ਸ਼ਬਦ ਕਹਿ ਦਿੰਦੇ ਹਾਂ ਅਸੀਂ। ਅੱਗੇ ਭਾਸ਼ਾ ਦੀ ਸ਼ਬਦਾਵਲੀ ਵਿਚਲੇ ਮੂਲ ਸ਼ਬਦਾਂ ਨੂੰ ਉਹਨਾਂ ਦੇ ਅਰਥ ਵਿਹਾਰ ਦੇ ਆਧਾਰ 'ਤੇ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਅਸੀਂ, ਕੋਸ਼ਕ ਸ਼ਬਦ ਅਤੇ ਵਿਆਕਰਨਕ ਸ਼ਬਦ। ਸਭ ਤੋਂ ਪਹਿਲਾਂ ਕੋਸ਼ਗਤ ਸ਼ਬਦ ਜਾਂ ਕੋਸ਼ਕ ਸ਼ਬਦ ਕਹਿ ਦਿੱਤਾ ਜਾਂਦਾ। ਇਹ ਕੋਸ਼ਕ ਗੁਣਾਂ ਦੇ ਧਾਰਨੀ ਹੁੰਦੇ ਹਨ। ਇਹਨਾਂ ਦਾ ਸੰਬੰਧ ਸ਼ਬਦ ਦੇ ਸਾਰਥਕ ਪੱਖ ਨਾਲ ਹੁੰਦਾ ਹੈ ਅਤੇ ਇਹਨਾਂ ਨੂੰ ਕੋਸ਼ ਵਿੱਚ ਦਰਜ ਕਰਨ ਲਈ ਮੁੱਢਲੀ ਇਕਾਈ ਵਜੋਂ ਲਿਆ ਜਾਂਦਾ ਹੈ, ਜਿਵੇਂ ਮੁੰਡਾ, ਪੜ੍ਹ, ਘਰ। ਕੋਸ਼ਗਤ ਸ਼ਬਦਾਂ ਵਿੱਚ ਨਾਮ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਸ਼ਾਮਲ ਹੁੰਦੇ ਹਨ, ਜੋ ਕਿ ਭਾਸ਼ਾ ਦੀ ਸ਼ਬਦਾਵਲੀ ਦੇ ਬਹੁਤ ਵੱਡੇ ਭਾਗ ਦਾ ਨਿਰਮਾਣ ਕਰਦੇ ਨੇ। ਭਾਵ ਇਹ ਖੁੱਲ੍ਹੇ ਜਾਂ ਸੀਮਤ ਸ਼ਬਦ ਪ੍ਰਬੰਧ ਦੇ ਮੈਂਬਰ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਕੋਸ਼ਗਤ ਸ਼ਬਦਾਂ ਬਾਰੇ ਜਾਣਨ ਤੋਂ ਪਹਿਲਾਂ ਤੁਹਾਨੂੰ ਕੋਸ਼ ਬਾਰੇ ਪਤਾ ਹੋਣਾ ਚਾਹੀਦਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਡਿਕਸ਼ਨਰੀ ਆ। ਤਾਂ ਹੁਣ ਆਪਣੇ ਕੋਲ ਬਿਲਕੁਲ ਉਸੇ ਤਰ੍ਹਾਂ ਦੇ ਨੇ ਇਹ, ਇਹਨਾਂ 'ਚ ਵਧੇਰੇ ਸ਼ਬਦ ਵਿਕਾਰੀ ਸ਼ਬਦਾਂ ਵਾਂਗ ਹੀ ਆਉਂਦੇ ਨੇ। ਜਿਵੇਂ ਆਪਾਂ ਕੋਸ਼ ਦੇ ਵਿੱਚ ਪੜ੍ਹ ਸ਼ਬਦ ਦਰਜ ਕਰ ਦਿੱਤਾ, ਠੀਕ ਹੈ, ਪਰੰਤੂ ਜਿਹੜੀ ਉਹਦੇ ਨਾਲ ਸ਼ਬਦਾਵਲੀ ਹੋਰ ਜੁੜਦੀ ਆ ਉਹ ਸਾਰੀ ਕੋਸ਼ ਦੇ ਵਿੱਚ ਦਰਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਪੜ੍ਹਿਆ, ਪੜ੍ਹਨਾ ਉਹ ਸਾਰੇ ਵਾਕਾਂ 'ਚ ਵਰਤਣ ਸਮੇਂ ਯੂਜ਼ ਕਰਦੇ ਹਾਂ, ਅਸੀਂ ਵਰਤਦੇ ਹਾਂ, ਠੀਕ ਹੈ। ਪਰੰਤੂ ਜਿਹੜਾ ਇੱਕ ਸ਼ਬਦ ਕੋਸ਼ ਦੇ ਵਿੱਚ ਦਰਜ ਕਰਾਂਗੇ ਉਹ ਇਕੱਲਾ ਪੜ੍ਹ ਕਰਾਂਗੇ ਕਿ ਇਹਦਾ ਕੀ ਅਰਥ ਨਿਕਲਦਾ। ਇਸੇ ਤਰ੍ਹਾਂ ਜਿਹੜੇ ਸ਼ਬਦ ਕੋਸ਼ਾਂ ਦੇ ਵਿੱਚ ਦਰਜ ਹੁੰਦੇ ਨੇ ਉਹਨਾਂ ਨੂੰ ਹੀ ਅਸੀਂ ਕੋਸ਼ਗਤ ਸ਼ਬਦ ਕਹਿ ਦਿੰਦੇ ਹਾਂ, ਠੀਕ ਹੈ। ਅਤੇ ਇਹਨਾਂ ਵਿੱਚ ਵਧੇਰੇ ਕਰਕੇ ਨਾਮ, ਕਿਰਿਆ ਵਿਸ਼ੇਸ਼ਣ ਇਹੋ ਜਿਹੇ ਸ਼ਬਦ ਇਸ ਕੈਟਾਗਰੀਆਂ ਦੇ ਸ਼ਬਦ ਆ ਜਾਂਦੇ ਨੇ, ਠੀਕ ਹੈ। ਅਤੇ ਕਿਸੇ ਵੀ ਭਾਸ਼ਾ ਦੀ ਜਿਹੜੀ ਸ਼ਬਦਾਵਲੀ ਆ ਉਹਦੇ ਵਿੱਚ ਵਧੇਰੇ ਕਰਕੇ ਕੋਸ਼ਗਤ ਸ਼ਬਦ ਹੀ ਅੱਗੇ ਆਪਣੀ ਰੂਪਾਵਲੀ ਦੇ ਅਨੁਸਾਰ ਜਿਹੜਾ ਸ਼ਬਦਾਵਲੀ ਦਾ ਨਿਰਮਾਣ ਕਰਦੇ ਨੇ। ਸ਼ਬਦਾਵਲੀ ਦੇ ਬਹੁਤ ਵੱਡੇ ਭਾਗ ਦਾ ਨਿਰਮਾਣ ਜਿਹੜਾ ਕੋਸ਼ਗਤ ਸ਼ਬਦਾਂ ਤੋਂ ਹੀ ਹੁੰਦਾ ਹੈ। ਇਹ ਖੁੱਲ੍ਹੇ ਜਾਂ ਸੀਮਤ ਸ਼ਬਦ ਪ੍ਰਬੰਧ ਦੇ ਮੈਂਬਰ ਹੁੰਦੇ ਹਨ। ਤਾਂ ਇੱਥੇ ਖੁੱਲ੍ਹੇ ਸ਼ਬਦ ਪ੍ਰਬੰਧ ਤੋਂ ਭਾਵ ਹੈ ਕਿ ਜਿਵੇਂ ਸਾਡੇ ਕੋਲ ਪੜ੍ਹ ਸ਼ਬਦ ਆ, ਤਾਂ ਇਹਦੇ ਨਾਲ ਅਸੀਂ ਕੁਛ ਹੋਰ ਜੋੜ ਸਕਦੇ ਹਾਂ। ਜਿਵੇਂ ਹੁਣ ਪੜ੍ਹ ਦੇ ਨਾਲ ਨਾ ਪਿਛੇਤਰ ਲਗਾ ਲਿਆ, ਪੜ੍ਹਨਾ ਬਣ ਗਿਆ, ਦਾ ਪਿਛੇਤਰ ਲਗਾਇਆ, ਪੜ੍ਹਦਾ ਬਣ ਗਿਆ। ਤਾਂ ਇਹ ਸ਼ਬਦ ਖੁੱਲ੍ਹੇ ਹੁੰਦੇ, ਇਹਨਾਂ ਨਾਲ ਕੁਛ ਅਸੀਂ ਅਗੇਤਰ ਪਿਛੇਤਰ ਲਾ ਸਕਦੇ ਹਾਂ ਅਤੇ ਨਵੇਂ ਸ਼ਬਦਾਂ ਦਾ ਨਿਰਮਾਣ ਕਰ ਸਕਦੇ ਹਾਂ। ਤਾਂ ਇਸ ਤਰ੍ਹਾਂ ਜਦੋਂ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੇ ਹਾਂ ਤਾਂ ਬਹੁਤ ਸਾਰੇ ਅਸੀਮਤ ਸ਼ਬਦ ਬਣ ਜਾਂਦੇ ਨੇ। ਤਾਂ ਕਰਕੇ ਹੀ ਜਿਹੜਾ ਕਿਸੇ ਭਾਸ਼ਾ ਦੀ ਸ਼ਬਦਾਵਲੀ ਦਾ ਬਹੁਤ ਵੱਡੇ ਭਾਗ ਦਾ ਨਿਰਮਾਣ ਕੋਸ਼ਗਤ ਸ਼ਬਦਾਂ ਤੋਂ ਹੀ ਹੁੰਦਾ ਹੈ। ਅੱਗੇ ਸਾਡੇ ਕੋਲ ਨੇ ਜੀ ਵਿਆਕਰਨਕ ਸ਼ਬਦ। ਵਿਆਕਰਨਕ ਸ਼ਬਦ ਬੰਦ ਜਾਂ ਸੀਮਤ ਸ਼ਬਦ ਪ੍ਰਬੰਧ ਦੇ ਨਾਲ ਸੰਬੰਧਿਤ ਹੁੰਦੇ ਆ। ਤਾਂ ਇੱਥੇ ਹੁਣ ਤੋਂ ਸਾਨੂੰ ਪਤਾ ਲੱਗ ਗਿਆ ਕਿ ਇਹ ਬੰਦ ਸ਼ਬਦ ਪ੍ਰਬੰਧ ਹੁੰਦੇ ਨੇ। ਕਹਿਣ ਦਾ ਭਾਵ ਹੈ ਕਿ ਇਹਨਾਂ ਨਾਲ ਅਸੀਂ ਅਗੇਤਰ ਪਿਛੇਤਰ ਜਾਂ ਕੁਛ ਵੀ ਨਵਾਂ ਨਹੀਂ ਐਡ ਕਰ ਸਕਦੇ। ਤਾਂ ਇਹਦੇ ਵਿੱਚ ਕੀ ਹੈ ਕਿ ਜਿਵੇਂ ਹੁਣ ਆਪਣੇ ਕੋਲ ਜਦੋਂ ਅਸੀਂ ਨਵਾਂ ਕੁਛ ਸ਼ਬਦ ਨਹੀਂ ਬਣਾ ਸਕਦੇ ਕੁਛ ਐਡ ਕਰਕੇ, ਤਾਂ ਫਿਰ ਇਹ ਸੀਮਤ ਜਿਹੇ ਸ਼ਬਦ ਹੁੰਦੇ ਨੇ। ਇਹਨਾਂ ਦੀ ਸੂਚੀ ਤਾਂ ਕਰਕੇ ਸੀਮਤ ਹੁੰਦੀ ਹੈ। ਇਹਨਾਂ ਦੇ ਵਿੱਚ ਪੜਨਾਮ, ਸੰਬੰਧਕ, ਵਿਸਮਕ, ਯੋਜਕ ਅਤੇ ਸਹਾਇਕ ਕਿਰਿਆਵਾਂ ਸ਼ਾਮਲ ਹੁੰਦੀਆਂ ਨੇ। ਅਤੇ ਇਹਨਾਂ ਦੇ ਵਿੱਚ ਵਧੇਰੇ ਸ਼ਬਦ ਇਹਨਾਂ ਸ਼ਬਦ ਸ਼੍ਰੇਣੀਆਂ ਨਾਲ ਹੀ ਸੰਬੰਧਿਤ ਹੁੰਦੇ, ਜਿਵੇਂ ਕੋਈ ਪੜਨਾਮ ਆ ਗਿਆ, ਸੰਬੰਧਕ, ਵਿਸਮਕ, ਯੋਜਕ। ਜਿਵੇਂ ਹੁਣ ਸੰਬੰਧਕ ਆ ਗਿਆ ਨੇ, ਤਾਂ ਉਹਦੇ ਨਾਲ ਅਸੀਂ ਕੁਛ ਵੀ ਨਹੀਂ ਨਵਾਂ ਲਗਾ ਕੇ ਐਡ ਕਰ ਸਕਦੇ, ਠੀਕ ਆ। ਜਾਂ ਕੋਈ ਯੋਜਕ ਆ ਗਿਆ ਅਤੇ, ਤਾਂ ਅਤੇ ਇਹਦੇ ਨਾਲ ਅਸੀਂ ਕੁਛ ਵੀ ਨਵਾਂ ਐਡ ਨਹੀਂ ਕਰ ਸਕਦੇ, ਕੁਛ ਵੀ ਨਹੀਂ ਲਗਾ ਸਕਦੇ ਅੱਗੇ। ਤਾਂ ਨਵੇਂ ਸ਼ਬਦ ਨਹੀਂ ਬਣਨਗੇ। ਜਿੰਨੇ ਕੁ ਯੋਜਕ ਹੈਗੇ ਨੇ ਉਨੇ ਕੁ ਰਹਿਣੇ ਨੇ, ਜਿੰਨੇ ਕੁ ਸੰਬੰਧਕ ਨੇ ਉਹ ਉਨੇ ਕੁ ਰਹਿਣੇ ਨੇ। ਤਾਂ ਕਰਕੇ ਇਹਨਾਂ ਦੀ ਸੂਚੀ ਦੇ ਵਿੱਚ, ਵਿਆਕਰਨਕ ਸ਼ਬਦਾਂ ਦੀ ਸੂਚੀ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਅਤੇ ਵਿਆਕਰਨਕ ਸ਼ਬਦ ਵਾਕ ਜੁਗਤ ਵਿੱਚ ਵਿਚਰ ਕੇ ਕੋਸ਼ਕ ਸ਼ਬਦਾਂ ਨੂੰ ਵਿਆਕਰਨਕ ਅਰਥ ਪ੍ਰਦਾਨ ਕਰਦੇ ਨੇ। ਤਾਂ ਇਹਨਾਂ ਦਾ ਕਾਰਜ ਕੀ ਹੁੰਦਾ ਕਿ ਜਦੋਂ ਅਸੀਂ ਕੋਸ਼ਗਤ ਸ਼ਬਦਾਂ ਨੂੰ ਵਾਕਾਂ 'ਚ ਵਰਤਦੇ ਹਾਂ, ਉਹਨਾਂ ਤੋਂ ਕੁਛ ਵਾਕ ਬਣਾਉਣੇ ਆ, ਤਾਂ ਉੱਥੇ ਇਹ ਆ ਕੇ ਉਹਨਾਂ ਸ਼ਬਦਾਂ ਦੇ ਨਾਲ ਲੱਗਦੇ ਨੇ ਅਤੇ ਵਿਆਕਰਨਕ ਕਾਰਜ ਨੂੰ ਪੂਰਾ ਕਰਦੇ ਨੇ।
ਠੀਕ ਹੈ। ਉਹਨਾਂ ਦੇ ਵਿੱਚ ਸੰਬੰਧ ਪ੍ਰਗਟ ਕਰਦੇ ਨੇ। ਵਾਕਾਂ ਵਿੱਚ ਵਿਚਰਦੇ ਕੋਸ਼ਕ ਸ਼ਬਦਾਂ ਵਿਚਲੇ ਪਰਸਪਰ ਸੰਬੰਧਾਂ ਨੂੰ ਪ੍ਰਗਟ ਕਰਦੇ ਨੇ। ਜਿਵੇਂ ਹੁਣ ਨਾਮ ਆ ਆਪਣੇ ਕੋਲ, ਕਿਰਿਆ, ਇਹ ਸਾਰੇ ਕੋਸ਼ਗਤ ਸ਼ਬਦ ਨਾਲ ਸੰਬੰਧ ਰੱਖਦੇ ਆ। ਤਾਂ ਜਦੋਂ ਆਪਾਂ ਉਹਨਾਂ ਦੇ ਵਿਚਕਾਰ ਕੋਈ ਸੰਬੰਧਕ ਲਗਾ ਲਿਆ ਜਾਂ ਕੋਈ ਯੋਜਕ ਲਗਾ ਲਿਆ, ਜਿਸ ਤਰ੍ਹਾਂ ਵੱਖ-ਵੱਖ ਵਾਕਾਂ ਦੇ ਵਿੱਚ ਯੋਜਕ ਲਗਾ ਕੇ ਆਪਾਂ ਮਿਸ਼ਰਤ ਵਾਕ ਬਣਾ ਲੈਂਦੇ ਹਾਂ, ਤਾਂ ਉਹਨਾਂ ਦੇ ਵਿੱਚ ਸੰਬੰਧ ਪ੍ਰਗਟ ਕਰਦੇ ਇੱਕ ਤਰੀਕੇ ਨਾਲ। ਅਤੇ ਪੰਜਾਬੀ ਭਾਸ਼ਾ ਇਹਨਾਂ ਦੀ ਗਿਣਤੀ 200 ਦੇ ਕਰੀਬ ਹੈ। ਤਾਂ ਇਹ ਸੀਮਿਤ ਹੁੰਦੇ ਨੇ, ਇਹਨਾਂ ਦੇ ਵਿੱਚ ਕੁਛ ਨਵਾਂ ਐਡ ਹੀ ਨਹੀਂ ਕਰ ਸਕਦੇ, ਤਾਂ ਕਰਕੇ ਉਨੇ ਹੀ ਰਹਿਣਾ ਇਹਨਾਂ ਨੇ। ਇਹਨਾਂ ਦੀ ਗਿਣਤੀ 200 ਦੇ ਕਰੀਬ ਬਣਦੀ ਆ। ਪੜਨਾਮ, ਸੰਬੰਧਕ, ਬਿਸਮਕ, ਯੋਜਕ, ਜੇ ਸਹਾਇਕ ਕਿਰਿਆਵਾਂ ਸਾਰਾ ਕੁਛ ਆਪਾਂ ਜੋੜ ਲਈਏ ਤਾਂ ਇਹਨਾਂ ਨੇ ਉਨੇ ਕੁ ਰਹਿਣਾ, ਸੀਮਿਤ ਨੇ। ਅੱਗੇ ਸ਼ਬਦਾਂ ਦੀ ਅੰਦਰੂਨੀ ਬਣਤਰ ਦੇ ਆਧਾਰ 'ਤੇ ਸ਼ਬਦਾਂ ਨੂੰ ਦੋ ਭਾਗਾਂ 'ਚ ਅਸੀਂ ਵੰਡ ਸਕਦੇ ਹਾਂ, ਮਿਸ਼ਰਤ ਸ਼ਬਦ ਅਤੇ ਸੰਯੁਕਤ ਸ਼ਬਦ। ਮਿਸ਼ਰਤ ਸ਼ਬਦਾਂ ਦੀ ਰਚਨਾ ਧਾਤੂ ਪਲੱਸ ਵਧੇਤਰਾਂ ਦੇ ਸੰਯੋਗ ਨਾਲ ਹੁੰਦੀ ਹੈ। ਤਾਂ ਧਾਤੂ ਕੀ ਹੁੰਦਾ ਗਾ, ਜਿਵੇਂ ਕੋਸ਼ਕ ਸ਼ਬਦ ਅਸੀਂ ਪੜ੍ਹ ਕੇ ਆਏ ਹਾਂ, ਮੂਲ ਸ਼ਬਦ ਕਿ ਜਿਹਦੇ ਨਾਲੋਂ ਸਾਰੇ ਗੇਤਰ ਪਿਛੇਤਰ ਹਟਾ ਲਏ ਜਾਣ। ਜਿਵੇਂ ਸਾਡੇ ਕੋਲ ਪੜ੍ਹ ਸੀ, ਤਾਂ ਪੜ੍ਹ ਕੀ ਆ, ਮੂਲ ਧਾਤੂ ਆ, ਅਤੇ ਨਾਂ ਜਿਹੜਾ ਉਹਦੇ ਨਾਲ ਪਿਛੇਤਰ ਲਗਾ ਲਿਆ ਤਾਂ ਪੜ੍ਹਨਾ ਬਣ ਗਿਆ। ਇਸ ਤਰ੍ਹਾਂ ਜੇ ਸਾਰੇ ਜਿਹੜੇ ਧਾਤੂ ਦੇ ਨਾਲੋਂ ਅਗੇਤਰ ਪਿਛੇਤਰ ਹਟਾ ਲਏ ਜਾਣ ਤਾਂ ਉਹ ਜਿਹੜਾ ਮੂਲ ਸ਼ਬਦ ਬਚ ਜਾਂਦਾ, ਠੀਕ ਹੈ। ਤਾਂ ਵਧੇਤਰ ਦੇ ਵਿੱਚ ਅਸੀਂ ਮੁੱਖ ਰੂਪ 'ਚ ਅਗੇਤਰ, ਪਿਛੇਤਰ, ਮਧੇਤਰ ਤਿੰਨੇ ਸ਼ਾਮਲ ਕਰ ਲਏ ਜਾਂਦੇ ਆ। ਤਾਂ ਅਗੇਤਰ, ਪਿਛੇਤਰ ਅਤੇ ਮਧੇਤਰਾਂ ਨੂੰ ਇੱਕ ਸਾਂਝਾ ਨਾਮ ਦੇ ਦਿੱਤਾ ਗਿਆ, ਵਧੇਤਰ। ਤਾਂ ਜਦੋਂ ਧਾਤੂ ਦੇ ਨਾਲ, ਜਿਵੇਂ ਪੜ੍ਹ ਧਾਤੂ ਆ, ਉਹਦੇ ਨਾਲ ਕੋਈ ਵਧੇਤਰ ਲਗਾ ਦਿੱਤਾ ਗਿਆ, ਜਿਵੇਂ ਪਿੱਛੇ ਆਪਾਂ ਪਿਛੇਤਰ ਲਗਾਤਾ ਹੈ ਨਾ, ਤਾਂ ਉਹ ਕੀ ਬਣ ਗਿਆ, ਮਿਸ਼ਰਤ ਸ਼ਬਦ ਬਣ ਗਿਆ। ਤਾਂ ਇਸੇ ਤਰ੍ਹਾਂ ਇਹਨਾਂ ਦੀ ਰਚਨਾ ਹੁੰਦੀ ਹੈ। ਜਿਵੇਂ ਮਨੁੱਖ ਤੋਂ ਮਨੁੱਖਤਾ, ਲਾਸਟ ਦੇ ਵਿੱਚ ਪਿਛੇਤਰ ਲਾਤਾ ਤਾ, ਘਰ ਤੋਂ ਘਰੇਲੂ, ਦੁਕਾਨ ਤੋਂ ਦੁਕਾਨਦਾਰ, ਘਰ ਤੋਂ ਬੇਘਰ। ਤਾਂ ਇਸ ਤਰ੍ਹਾਂ ਜਿਹੜੇ ਸ਼ਬਦ ਬਣਦੇ ਨੇ ਉਹ ਮਿਸ਼ਰਤ ਸ਼ਬਦ ਹੁੰਦੇ ਨੇ। ਮਿਸ਼ਰਤ ਸ਼ਬਦਾਂ ਵਿੱਚ ਕਹਿਰੇ ਧਾਤੂ ਨਾਲ ਇੱਕ ਤੋਂ ਵਧੇਰੇ ਵਧੇਤਰ ਵੀ ਲੱਗ ਸਕਦੇ ਨੇ। ਹੁਣ ਆਪਾਂ ਆਮ ਤੌਰ 'ਤੇ ਇਹ ਨਹੀਂ ਸੋਚਣਾ ਕਿ ਇੱਕ ਹੀ ਲਗਾਉਣਾ, ਵੀ ਕੋਈ ਪਿਛੇਤਰ ਹੀ ਲਗਾਉਣਾ ਜਾਂ ਕੋਈ ਅਗੇਤਰ ਹੀ ਲਗਾਉਣਾ। ਇੱਕੋ ਸਮੇਂ ਵੀ ਲੱਗ ਸਕਦੇ ਨੇ ਇੱਕ ਤੋਂ ਜ਼ਿਆਦਾ। ਜਿਵੇਂ ਤੁਹਾਡੇ ਕੋਲ ਸ਼ਬਦ ਆ ਅਣ ਸੁਖਾਵਾਂ ਬਣਦਾ, ਇੱਥੇ ਅਣ ਵੀ ਲੱਗਿਆ ਹੋਇਆ, ਫਿਰ ਸੁਖਾਵਾਂ ਆ ਜਾਂਦਾ, ਫਿਰ ਪਣ ਵੀ ਲੱਗਿਆ ਹੋਇਆ। ਤਾਂ ਅਜਿਹੇ ਸ਼ਬਦ ਵੀ ਹੁੰਦੇ ਨੇ। ਅਤੇ ਇੱਕ ਮਿਸ਼ਰਤ ਸ਼ਬਦ ਨਾਲੋਂ ਜੇਕਰ ਸਾਰੇ ਅਗੇਤਰ ਪਿਛੇਤਰ ਹਟਾ ਲਏ ਜਾਣ ਤਾਂ ਜੋ ਧਾਤੂ ਬਚੇਗਾ ਉਹ ਸਧਾਰਨ ਸ਼ਬਦ ਜਾਂ ਮੂਲ ਕੋਸ਼ਕ ਸ਼ਬਦ ਹੀ ਹੋਵੇਗਾ। ਤਾਂ ਇਹ ਆਮ ਤੌਰ 'ਤੇ ਤੁਸੀਂ ਧਿਆਨ 'ਚ ਰੱਖਣਾ ਕਿ ਜਿਹੜੇ ਮਿਸ਼ਰਤ ਸ਼ਬਦ ਅਤੇ ਸੰਯੁਕਤ ਸ਼ਬਦ ਹੁੰਦੇ ਨੇ, ਇਹ ਕੋਸ਼ਕ ਸ਼ਬਦਾਂ ਦੇ ਨਾਲ ਹੀ ਸੰਬੰਧਿਤ ਹੁੰਦੇ ਆ ਦੋਨੇ। ਵਿਆਕਰਨਕ ਸ਼ਬਦ ਇਹਨਾਂ ਦੇ ਵਿੱਚ ਕੋਈ ਨਹੀਂ ਹੈਗਾ। ਤਾਂ ਉਹ ਜੇ ਆਪਾਂ ਇਹਦੇ ਨਾਲੋਂ ਮਿਸ਼ਰਤ ਸ਼ਬਦਾਂ ਨਾਲੋਂ ਅਗੇਤਰ ਪਿਛੇਤਰ ਹਟਾ ਲਏ ਤਾਂ ਉਹ ਜਿਹੜਾ ਧਾਤੂ ਬਚੇਗਾ ਉਹੀ ਕੋਸ਼ਕ ਸ਼ਬਦ ਹੋਵੇਗਾ ਅਤੇ ਉਹ ਸਧਾਰਨ ਸ਼ਬਦ ਇੱਕ ਤਰੀਕੇ ਨਾਲ ਬਣ ਜਾਵੇਗਾ। ਅੱਗੇ ਸਾਡੇ ਕੋਲ ਸੰਯੁਕਤ ਜਾਂ ਸਮਾਸੀ ਸ਼ਬਦ ਨੇ। ਸਮਾਸੀ ਸ਼ਬਦ ਉਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦੀ ਰਚਨਾ ਦੋ ਕੋਸ਼ਕ ਸ਼ਬਦਾਂ ਨੂੰ ਪ੍ਰਗਟਾਉਂਦੇ ਧਾਤੂ ਰੂਪਾਂ ਸੰਯੁਕਤ ਹੁੰਦੀ ਹੈ। ਤਾਂ ਕੋਸ਼ਕ ਸ਼ਬਦ ਜਿਵੇਂ ਆਪਾਂ ਪੜ੍ਹ ਕੇ ਆਏ ਹਾਂ ਪਿੱਛੇ, ਤਾਂ ਜਦੋਂ ਅਜਿਹੇ ਦੋ ਕੋਸ਼ਕ ਸ਼ਬਦਾਂ ਜਾਂ ਮੂਲ ਧਾਤੂਆਂ ਨੂੰ ਅਸੀਂ ਜੋੜ ਦਿੰਦੇ ਹਾਂ ਤਾਂ ਉਹ ਸਮਾਸੀ ਸ਼ਬਦ ਬਣ ਜਾਂਦਾ। ਇਹ ਅਰਥ ਅਤੇ ਵਿਆਕਰਨ ਪੱਖੋਂ ਇੱਕ ਇਕਾਈ ਮੰਨੀ ਜਾਂਦੀ ਹੈ। ਤਾਂ ਇਹ ਜਦੋਂ ਦੋ ਜੋੜਤੇ, ਦੋ ਸ਼ਬਦ ਅਜਿਹੇ ਧਾਤੂ ਜੋੜਤੇ ਤਾਂ ਉਹਨਾਂ ਨੂੰ ਅਸੀਂ ਇੱਕ ਇਕਾਈ ਹੀ ਉਦੋਂ ਬਾਅਦ ਮੰਨਣਾ ਗਾ। ਪੰਜਾਬੀ ਵਿੱਚ ਆਮ ਤੌਰ 'ਤੇ ਸਮਾਸਾਂ ਦਾ ਨਿਰਮਾਣ ਦੋ ਸ਼ਬਦਾਂ ਦੇ ਮੇਲ ਤੋਂ ਹੀ ਹੁੰਦਾ, ਭਾਵੇਂ ਕਿ ਤਿੰਨ ਸ਼ਬਦ ਰੂਪਾਂ ਦੇ ਮੇਲ ਤੋਂ ਬਣੇ ਸਮਾਸ ਵੀ ਮਿਲਦੇ ਨੇ। ਵਧੇਰੇ ਕਰਕੇ ਜਿਹੜਾ ਦੋ ਸ਼ਬਦਾਂ ਦੇ ਮੇਲ ਤੋਂ ਹੁੰਦਾ, ਪਰ ਕੁਛ ਕੁ ਸ਼ਬਦ ਸਾਨੂੰ ਤਿੰਨ ਸਮਾਸਾਂ ਤੋਂ ਮਿਲੇ ਤਿੰਨ ਰੂਪਾਂ ਤੋਂ ਮਿਲੇ ਵੀ ਸਮਾਸ ਮਿਲ ਜਾਂਦੇ ਨੇ। ਕਈ ਵਾਰ ਸਮਾਸੀ ਸ਼ਬਦਾਂ ਵਿੱਚ ਵਰਤੇ ਗਏ ਦੋਹਾਂ ਸ਼ਬਦਾਂ ਦੇ ਅੱਡ ਅੱਡ ਕੋਈ ਅਰਥ ਨਹੀਂ ਹੁੰਦੇ, ਜਾਂ ਫਿਰ ਦੋਨਾਂ 'ਚੋਂ ਇੱਕ ਨਿਰਾਰਥਕ ਵੀ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਵੀ ਸੰਭਵ ਆ ਕਿ ਜਿਵੇਂ ਜਿਹੜੇ ਸਮਾਸੀ ਸ਼ਬਦ ਅਸੀਂ ਵਰਤ ਲੈਂਦੇ ਹਾਂ ਕਿ ਉਹਨਾਂ ਦੇ ਅਲੱਗ-ਅਲੱਗ ਅਰਥ ਨਾ ਬਣਦੇ ਹੋਣ, ਮਿਲ ਕੇ ਹੀ ਅਰਥ ਬਣੇ, ਜਾਂ ਫਿਰ ਕੋਈ ਇੱਕ ਸ਼ਬਦ ਦੇ ਕਈ ਵਾਰ ਅਰਥ ਨਾ ਹੋਣ, ਇੱਕ ਦੇ ਹੋਣ, ਜਾਂ ਇਹ ਵੀ ਹੋ ਸਕਦਾ ਕਿ ਦੋਨਾਂ ਦੇ ਹੀ ਅਰਥ ਹੋਣ। ਜਿਵੇਂ ਹੁਣ ਆਪਾਂ ਪੜ੍ਹਿਆ ਸੀਗਾ ਚਾਹ ਚੂਹ, ਤਾਂ ਚਾਹ ਦੇ ਜਿਹੜੇ ਅਰਥ ਨੇ ਸਾਡੇ ਕੋਲ ਹੈਗੇ ਨੇ, ਚੂਹ ਦੇ ਕੋਈ ਅਰਥ ਨਹੀਂ ਹੈਗੇ, ਤਾਂ ਇੱਕ ਨਿਰਾਰਥਕ ਆ ਗਿਆ ਹੈ ਨਾ। ਤਾਂ ਦੋਨਾਂ ਦੇ ਆਪਣੇ ਆਪਣੇ ਅਰਥ ਵੀ ਹੋ ਸਕਦੇ ਨੇ। ਜਿਵੇਂ ਆਹ ਸਾਰੇ ਸਮਾਸੀ ਸ਼ਬਦ ਨੇ, ਭੰਨ ਪਲੱਸ ਘੜ ਨੂੰ ਲਾ ਕੇ ਭੰਨ ਘੜ ਬਣ ਗਿਆ, ਖੰਡ ਅਤੇ ਪਾਠ ਤੋਂ ਅਖੰਡ ਪਾਠ, ਗਲ ਗਲ, ਹੱਥੋਂ ਹੱਥੀ ਜਾਂ ਸਿਰੋ ਸਿਰ, ਸ਼ਹਿਰੋ ਸ਼ਹਿਰ, ਰਾਹੇ ਰਾਹ, ਪਾਟਾ ਝੀਟਾ, ਰੋਟੀ ਰਾਟੀ। ਤਾਂ ਇਹ ਸਾਰੇ ਕੀ ਨੇ, ਸਮਾਸੀ ਸ਼ਬਦ ਨੇ। ਇਸ ਤੋਂ ਇਲਾਵਾ ਸ਼ਬਦਾਂ ਦੇ ਇੱਕ ਹੋਰ ਇਸੇ ਦੇ ਨਾਲ ਮਿਲਦੀ ਜੁਲਦੀ ਕੈਟਾਗਰੀ ਬਣ ਜਾਂਦੀ ਹੈ, ਉਹਦੇ ਬਾਰੇ ਵੀ ਚਲੋ ਆਪਾਂ ਥੋੜ੍ਹਾ ਪੜ੍ਹ ਲੈਂਦੇ ਹਾਂ। ਉਹ ਹੈਗਾ ਰਾਜੇ ਵੱਖ ਵੱਖ ਭਾਸ਼ਾਈ ਸਰੋਤਾਂ ਤੋਂ ਆਏ ਸ਼ਬਦਾਂ ਦੇ ਮੇਲ ਰਾਹੀਂ ਦੁਜਾਤੀ ਸ਼ਬਦਾਂ ਦੀ ਰਚਨਾ ਹੋ ਜਾਂਦੀ ਹੈ। ਜਦੋਂ ਕਿ ਇਹਦੇ ਵਿੱਚ ਕੀ ਹੁੰਦਾ ਗਾ, ਹੁੰਦੇ ਬਿਲਕੁਲ ਇਹ ਸਮਾਸੀ ਸ਼ਬਦਾਂ ਦੀ ਤਰ੍ਹਾਂ ਨੇ, ਪਰੰਤੂ ਇਹਨਾਂ ਦੇ ਵਿੱਚ ਇੱਕ ਸ਼ਬਦ ਹੋਰ ਭਾਸ਼ਾ ਦਾ ਹੁੰਦਾ, ਦੂਜਾ ਹੋਰ ਭਾਸ਼ਾ ਦਾ, ਤਾਂ ਇਹਨਾਂ ਨੂੰ ਦੁਜਾਤੀ ਸ਼ਬਦ ਕਹਿ ਦਿੱਤਾ ਜਾਂਦਾ ਹੈ। ਜਿਵੇਂ ਸਾਡੇ ਕੋਲ ਬੱਸ ਅੱਡਾ, ਤਾਂ ਹੁਣ ਬੱਸ ਅੰਗਰੇਜ਼ੀ ਭਾਸ਼ਾ ਸ਼ਬਦ ਆ, ਅੱਡਾ ਪੰਜਾਬੀ ਦਾ, ਠੀਕ ਹੈ। ਗਾਜਰ ਜੂਸ, ਰੇਹੜੀ ਸਟੈਂਡ, ਤਾਂ ਇਹਨਾਂ ਦੇ ਵਿੱਚ ਇੱਕ ਹੋਰ ਭਾਸ਼ਾ ਸ਼ਬਦ ਹੁੰਦਾ, ਦੂਜਾ ਹੋਰ ਦਾ। ਜਿਵੇਂ ਚਿੱਟਾ ਸਫੇਦ, ਲਾਲ ਸੁਰਖ, ਤਾਂ ਇਹਦੇ ਵਿੱਚ
ਇੱਕ ਸ਼ਬਦ ਪੰਜਾਬੀ ਦਾ ਮਿਲੂ ਜਾਂ ਦੂਜਾ ਕੋਈ ਫਾਰਸੀ ਭਾਸ਼ਾ ਦਾ ਮਿਲ ਗਿਆ ਤਾਂ ਇਸੇ ਤਰ੍ਹਾਂ ਦੇ ਸ਼ਬਦ ਇਹ ਬਣ ਜਾਂਦੇ ਨੇ। ਇੱਕ ਹੋਰ ਕੁਛ ਕੁ ਸ਼ਬਦਾਂ ਦੀਆਂ ਜੇ ਆਪਾਂ ਫੁਟਕਲ ਕੈਟਾਗਰੀਆਂ ਦੇ ਵਿੱਚ ਦੇਖੀਏ ਤਾਂ ਇਹਨਾਂ ਦੇ ਵਿੱਚ ਜਿਵੇਂ ਸਮਭਾਵੀ ਸ਼ਬਦ ਬਾਰੇ ਵੀ ਚਲੋ ਥੋੜ੍ਹਾ ਦੇਖ ਲੈਂਦੇ ਹਾਂ। ਕਈ ਵਾਰ ਕੋਈ ਕੁਐਸਚਨ ਬਣ ਸਕਦਾ। ਸਮਭਾਵੀ ਸ਼ਬਦ ਇੱਕ ਸ਼੍ਰੇਣੀ ਦੇ ਸ਼ਬਦ ਦੀ ਦੂਜੀ ਸ਼੍ਰੇਣੀ ਦੇ ਸ਼ਬਦ ਜਿਹੜੇ ਥਾਂ ਲੈ ਸਕਦੇ ਆ, ਜਿਵੇਂ ਹੁਣ ਪੜਨਾਮਾਂ ਦੀ ਥਾਂ ਪੜਨਾਮਾਂ ਦਾ ਨਾਮਾਂ ਦੀ ਥਾਂ ਆਉਣਾ ਇਸੇ ਕਥਨ ਦਾ ਸੂਚਕ ਹੈ। ਤਾਂ ਅਜਿਹੇ ਸ਼ਬਦਾਂ ਨੂੰ ਹੀ ਸਮਭਾਵੀ ਸ਼ਬਦ ਕਹਿ ਦਿੱਤਾ ਜਦੋਂ ਕਿ ਇੱਕ ਸ਼ਬਦ ਦੀ ਥਾਂ ਕੋਈ ਦੂਜਾ ਸ਼ਬਦ ਆ ਜਾਂਦਾ। ਤਾਂ ਇੱਥੇ ਦੇਖੋ ਹੁਣ ਟੀਮ ਦੇ ਕੋਚ ਨੇ ਕਪਤਾਨ ਨੂੰ ਬੁਲਾਇਆ ਹੈ ਕਿਉਂਕਿ ਉਹ ਉਸ ਨੂੰ ਮੈਚ ਬਾਰੇ ਦੱਸਣਾ ਚਾਹੁੰਦਾ ਹੈ। ਇਹਦੇ ਵਿੱਚ ਹੁਣ ਉਹ ਅਤੇ ਉਸ ਨੂੰ ਇਹ ਜਿਹੜੇ ਦੋਨੋਂ ਪੜਨਾਮ ਆ ਗਏ ਨਾ, ਇਹ ਨਾਮ ਵਾਕੰਸ਼ ਦੀ ਥਾਂ ਆਏ ਨੇ। ਉਹ ਕੋਚ ਦੀ ਥਾਂ ਆਇਆ ਅਤੇ ਉਸ ਨੂੰ ਕਪਤਾਨ ਦੀ ਥਾਂ ਆ ਗਿਆ। ਤਾਂ ਇੱਥੇ ਕੀ ਆ ਕਿ ਇਹ ਅਜਿਹੇ ਸ਼ਬਦ ਨੂੰ ਅਸੀਂ ਸਮਭਾਵੀ ਕਹਿ ਦਿੰਦੇ ਹਾਂ। ਅਤੇ ਅੱਗੇ ਦੇਖੋ ਸਮੇਂ ਅਤੇ ਸਥਾਨ ਆਦਿ ਨੂੰ ਪ੍ਰਗਟ ਕਰਨ ਵਾਲੇ ਕਿਰਿਆ ਵਿਸ਼ੇਸ਼ਣਾਂ ਦੀ ਥਾਂ ਇੱਕੋ ਸਮਭਾਵੀ ਸ਼ਬਦ ਵੀ ਆ ਸਕਦਾ ਗਾ। ਵਾਕ ਵਿੱਚ ਜਿਹੜੀ ਸੂਚਨਾ ਪਹਿਲੋਂ ਮਿਲ ਚੁੱਕੀ ਹੋਵੇ ਉਸ ਨੂੰ ਦੁਹਰਾਇਆ ਨਹੀਂ ਜਾਂਦਾ। ਤਾਂ ਇਸੇ ਤਰ੍ਹਾਂ ਜਿਵੇਂ ਹੁਣ ਆਹ ਵਾਕ ਦੇ ਵਿੱਚ ਦੇਖੋ ਸਮੇਂ ਅਤੇ ਸਥਾਨ ਨੂੰ ਦੁਬਾਰਾ ਨਹੀਂ ਦੁਹਰਾਇਆ ਗਿਆ ਸਮਾਂ, ਬਲਕਿ ਪਹਿਲਾਂ ਹੀ ਜਿਹੜਾ ਸੂਚਨਾ ਦਿੱਤੀ ਗਈ ਸੀ ਉਹ ਤੋਂ ਹੀ ਜਿਹੜਾ ਪੂਰਾ ਕਾਰਜ ਕਰ ਲਿਆ ਗਿਆ। ਜਿਵੇਂ ਮੋਹਨ ਸੋਮਵਾਰ ਆਇਆ ਸੀ ਅਤੇ ਸੋਹਣ ਵੀ। ਤਾਂ ਇੱਥੇ ਹੁਣ ਆਪਾਂ ਨੂੰ ਮੋਹਨ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ, ਉਸ ਤੋਂ ਬਾਅਦ ਸੋਹਣ ਬਾਰੇ ਜਿਹੜਾ ਪੂਰੀ ਜਾਣਕਾਰੀ ਦੇਣ ਦੀ ਜ਼ਰੂਰਤ ਨਹੀਂ ਪਈ ਕਿ ਉਹ ਸੋਮਵਾਰ ਨੂੰ ਆਇਆ ਸੀ। ਤਾਂ ਉੱਥੋਂ ਪਹਿਲੇ ਹੀ ਵਾਕ ਦੇ ਵਿੱਚੋਂ ਉੱਥੋਂ ਸਾਨੂੰ ਅਰਥ ਉਹਦੇ ਪਤਾ ਲੱਗ ਗਏ ਨਾ ਕਿ ਕੀ ਕਹਿਣਾ ਚਾਹ ਰਹੇ ਆ। ਤਾਂ ਅਜਿਹੇ ਸ਼ਬਦ ਜਿਹੜੇ ਹੁੰਦੇ ਨੇ ਕਿ ਇੱਕ ਦੂਜੇ ਦੇ ਥਾਂ ਆ ਜਾਂਦੇ ਨੇ ਉਹਨਾਂ ਨੂੰ ਅਸੀਂ ਸਮਭਾਵੀ ਸ਼ਬਦ ਕਹਿ ਦਿੱਤਾ ਜਾਂਦਾ। ਇਸ ਤੋਂ ਬਿਨਾਂ ਸਵਾਲੀਆ ਸ਼ਬਦ ਵੀ ਇੱਕ ਕੈਟਾਗਰੀ ਬਣ ਜਾਂਦੀ ਹੈ, ਜਿਹੜੇ ਸਾਨੂੰ ਕਿਸੇ ਸਵਾਲ ਜਾਂ ਕੋਈ ਪ੍ਰਸ਼ਨਕ ਸ਼ਬਦ ਕਹਿ ਦਿੰਦੇ ਆ ਉਹਨਾਂ ਬਾਰੇ ਜਾਣਕਾਰੀ ਦੇਣ। ਠੀਕ ਹੈ, ਕਿ ਸਵਾਲ ਪੁੱਛਿਆ ਗਿਆ ਤਾਂ ਉਹ ਸਵਾਲੀ ਸ਼ਬਦ ਬਣ ਜਾਂਦੇ ਨੇ। ਅਤੇ ਸ਼ਬਦ ਬੋਧ ਦੇ ਅੰਤਰਗਤ ਅਸੀਂ ਇੱਕ ਹੋਰ ਕੈਟਾਗਰੀ ਜਿਹੜੀ ਬਣਾ ਸਕਦੇ ਹਾਂ ਰਾਜੇ, ਉਹ ਹੈਗੀ ਆ ਕਾਰਜ ਦੇ ਆਧਾਰ 'ਤੇ ਸ਼ਬਦ, ਜਿਹੜਾ ਸ਼ਬਦਾਂ ਦੀਆਂ ਕਿਸਮਾਂ ਉਹਨਾਂ ਦੀ ਸ਼੍ਰੇਣੀ ਵੰਡ। ਤਾਂ ਕਾਰਜ ਦੇ ਆਧਾਰ 'ਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ, ਜਿਨ੍ਹਾਂ ਦੇ ਵਿੱਚ ਆਪਣੇ ਕੋਲ ਨਾਮ ਆ ਜਾਣਗੇ, ਪੜਨਾਮ, ਕਿਰਿਆ ਵਿਸ਼ੇਸ਼ਣ, ਉਹ ਸਾਰੇ ਸ਼ਬਦ ਜਿਹੜੇ ਵੱਖ-ਵੱਖ ਸ਼੍ਰੇਣੀਆਂ ਦੇ ਮੈਂਬਰਾਂ ਵਜੋਂ ਕਾਰਜ ਕਰਦੇ ਨੇ। ਚਲੋ ਕਾਰਜ ਦੇ ਆਧਾਰ 'ਤੇ ਇਹਨਾਂ ਸ਼ਬਦਾਂ ਬਾਰੇ ਅਸੀਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ। ਅਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ, ਅਤੇ ਲਾਈਕ ਅਤੇ ਸ਼ੇਅਰ ਕਰੋ ਜੀ। ਅਤੇ ਜੇਕਰ ਤੁਸੀਂ ਜੇ ਇਹ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਸ਼ੁਕਰੀਆ ਜੀ।